ਜਗਤ ਪੰਜਾਬ ਵਾਸੀਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ ਡਾਕਟਰ MS ਬਾਬਰ ਹਾਜ਼ਰ ਹੈ। ਸੱਜਣੋ, ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਨਵੀਂ ਕਿਤਾਬ ਲਾਟਾਂ ਜਿਹੜੀ ਕਿ ਮੀਆਂ ਮੁਨੀਰ ਹੁਸੈਨ ਮੁਨੀਰ ਨੇ ਲਿਖੀ, ਅੱਜ ਉਹਦੀ ਦੂਜੀ ਕਹਾਣੀ ਜਾਂ ਉਸ ਕਿਤਾਬ ਦੇ ਉੱਤੇ ਜਿਹੜਾ ਤਬਸਰਾ ਹੈ ਲਿਖਿਆ ਹੋਇਆ ਦੂਸਰਾ ਮਜ਼ਮੂਨ ਹਕੀਕਤਾਂ ਦਾ ਮੁਸੱਵਰ ਮੀਆਂ ਮੁਨੀਰ ਹੁਸੈਨ ਮੁਨੀਰ। ਇਹ ਮਜ਼ਮੂਨ ਲਿਖਿਆ ਜਨਾਬ ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਹੋਰਾਂ, ਅਤੇ ਬੜਾ ਸੋਹਣਾ ਸੁਚੱਜਾ ਅਤੇ ਪਿਆਰਾ ਜਿਹਾ ਮਜ਼ਮੂਨ ਹੈ। ਅਤੇ ਇਸ ਕਿਤਾਬ ਦੀ ਇਸ ਬਾਰੋਂ ਵੇਖੀਏ ਤਾਂ ਇਹ ਦੂਜੀ ਕਿਸ਼ਤ ਹੈ। ਮਜ਼ਮੂਨਾਂ ਤੋਂ ਬਾਅਦ ਜਿਹੜੀਆਂ ਕਹਾਣੀਆਂ ਸ਼ੁਰੂ ਹੋਣਗੀਆਂ ਉਹ ਫਿਰ ਅਗਲੀ ਗੱਲ ਹੈ। ਅਤੇ ਆਓ ਫਿਰ ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਹੋਰਾਂ ਦਾ ਲਿਖਿਆ ਹੈ ਮਜ਼ਮੂਨ, ਜਿਹੜਾ ਕਿਤਾਬ ਲਾਟਾਂ ਬਾਰੇ, ਲਾਟਾਂ ਦੇ ਰਾਈਟਰ ਬਾਰੇ ਉਹਨਾਂ ਲਿਖਿਆ, ਉਹ ਪੜ੍ਹੀਏ। ਡਾਕਟਰ ਸਾਹਿਬ ਲਿਖਦੇ ਨੇ ਕਿ ਕਹਾਣੀ ਦੇ ਲਿਖਤੀ ਰੂਪ ਵਿੱਚ ਆਉਣ ਤੋਂ ਸਦੀਆਂ ਪਹਿਲਾਂ ਦੀ ਕਹਾਣੀ ਸੁਣਾਉਣ ਵਾਲੇ ਅਤੇ ਕਹਾਣੀ ਪਾਉਣ ਵਾਲੇ ਪੰਜਾਬ ਦੇ ਹਰ ਘਰ ਵਿੱਚ ਮੌਜੂਦ ਸਨ। ਸ਼ਾਮੋਂ ਬਾਅਦ ਬਾਲ ਆਪਣੀ ਨਾਨੀ ਦਾਦੀ ਦੀ ਗੋਦ ਜਾ ਬਹਿੰਦੇ ਅਤੇ ਕਹਾਣੀ ਦੀ ਫਰਮਾਇਸ਼ ਕਰਦੇ। ਨਾਨੀਆਂ ਦਾਦੀਆਂ ਬਾਲਾਂ ਨੂੰ ਕੁਝ ਦਿਲੋਂ ਬਣਾਈਆਂ ਅਤੇ ਕੁਝ ਸੁਣੀਆਂ ਸੁਣਾਈਆਂ ਕਹਾਣੀਆਂ ਸੁਣਾਉਂਦੀਆਂ, ਅਤੇ ਬਾਲ ਕਹਾਣੀ ਸੁਣਦੇ ਸੁਣਦੇ ਨੀਂਦਰ ਦੀ ਵਾਦੀ ਵਿੱਚ ਗੁਆਚ ਜਾਂਦੇ। ਦੂਜੇ ਪਾਸੇ ਦਾਇਰੇ ਜਾਂ ਚੁਪਾਲ ਵਿੱਚ ਬੈਠੇ ਗੱਭਰੂਆਂ ਅਤੇ ਬਾਬਿਆਂ ਨੂੰ ਕੋਈ ਦਾਸਤਾਨ ਗੋ ਆਪਣੀਆਂ ਗੱਲਾਂ ਨਾਲ ਆਰੇ ਲਾਈ ਰੱਖਦਾ। ਉਹ ਕਦੀ ਤਾਰੀਖੀ ਦਾਸਤਾਨਾਂ ਛੇੜ ਕੇ ਉਹਨਾਂ ਵਿੱਚ ਰੰਗ ਭਰਦਾ, ਅਤੇ ਕਦੀ ਆਲੇ ਦੁਆਲੇ ਵਾਪਰੀਆਂ ਨੂੰ ਆਪਣੇ ਢੰਗ ਨਾਲ ਬਿਆਨ ਕਰਦਾ, ਅਤੇ ਇੰਝ ਦਾਇਰੇ ਵਿੱਚ ਬੈਠੇ ਲੋਕਾਂ ਦਾ ਵੇਲਾ ਵੀ ਚੰਗਾ ਗੁਜ਼ਰਦਾ। ਉਹ ਕਹਾਣੀ ਦਾ ਚਸ ਵੀ ਮਾਣਦੇ ਅਤੇ ਕਹਾਣੀਆਂ ਉਹਲੇ ਲੁਕੀ ਸਿਆਣਪ ਦੀ ਹਯਾਤੀ ਗੁਜ਼ਾਰਨ ਲਈ ਲੋਕਾਈ ਦੇ ਰਾਹਾਂ ਵਿੱਚ ਚਾਨਣ ਕਰਦੀ। ਇੰਝ ਵੇਖੀਏ ਤਾਂ ਕਹਾਣੀ ਮੁੱਦਤਾਂ ਤੋਂ ਪੰਜਾਬੀਆਂ ਦੇ ਨਾਲ ਟੁਰੀ ਆਉਂਦੀ ਹੈ। ਬਾਲ ਕਹਾਣੀਆਂ ਸੁਣ ਜਵਾਨ ਹੁੰਦੇ ਅਤੇ ਕਹਾਣੀ ਪਾਉਂਦੇ ਹਯਾਤੀ ਬਤੀਤ ਕਰਦੇ। ਕਹਾਣੀ ਪੰਜਾਬੀਆਂ ਦੇ ਖੂਨ ਖਮੀਰ ਵਿੱਚ ਰਚੀ ਹੋਈ ਹੈ। ਪੰਜਾਬੀ ਕਹਾਣੀ ਸੁਣਦੇ, ਕਹਾਣੀਆਂ ਪਾਉਂਦੇ ਅਤੇ ਕਹਾਣੀ ਨਾਲ ਮਨ ਪਰਚਾਉਂਦੇ ਜਵਾਨ ਹੁੰਦੇ ਨੇ, ਅਤੇ ਫਿਰ ਕਈ ਵਾਰ ਆਪ ਵੀ ਕਹਾਣੀਆਂ ਦੇ ਕਿਰਦਾਰ ਬਣ ਜਾਂਦੇ ਨੇ। ਇੰਝ ਉਹ ਆਪੂ ਅਗਲੀਆਂ ਨਸਲਾਂ ਨੂੰ ਹੱਡ ਬੀਤੀਆਂ ਅਤੇ ਜੱਗ ਬੀਤੀਆਂ ਸੁਣਾਉਣ ਲੱਗ ਪੈਂਦੇ ਨੇ। ਕਹਾਣੀ ਸਿੱਧੀ ਸਾਦੀ ਹੋਵੇ ਜਾਂ ਨਫਸਿਆਤੀ, ਅਲਾਮਤੀ ਹੋਵੇ ਜਾਂ ਇਖਲਾਕੀ, ਉਹਦਾ ਹਰ ਰੂਪ ਪੰਜਾਬੀ ਦਾ ਮਨਪਸੰਦ ਰਿਹਾ ਹੈ। ਪਰ ਅਲਾਮਤ ਦੇ ਨਾਂ 'ਤੇ ਅੜਾਉਣੀ ਪਾਉਣ ਨੂੰ ਪੰਜਾਬੀ ਕਦੀ ਵੀ ਪਸੰਦ ਨਹੀਂ ਕੀਤਾ। ਅਤੇ ਅਜਿਹੇ ਕਹਾਣੀਕਾਰ ਜਿਨ੍ਹਾਂ ਦੀਆਂ ਕਹਾਣੀਆਂ ਵਿੱਚ ਕਹਾਣੀਪਨ ਦੀ ਥਾਂ ਗੁੰਝਲ ਹੀ ਗੁੰਝਲ ਹੁੰਦੇ ਨੇ, ਅਤੇ ਮਹਿਨਿਆਂ ਦੀ ਭਾਲ ਵਿੱਚ ਬੰਦਾ ਆਪ ਗਵਾਚ ਜਾਂਦਾ ਹੈ, ਕਦੀ ਵੀ ਲੋਕਾਈ ਦੇ ਦਿਲਾਂ ਵਿੱਚ ਥਾਂ ਨਹੀਂ ਬਣਾ ਸਕੀ। ਸਾਡੇ ਬਹੁਤੇ ਕਹਾਣੀਕਾਰਾਂ, ਸੂਫੀ ਸ਼ਾਇਰਾਂ ਹਾਰ ਅਜਿਹੀਆਂ ਅਲਾਮਤਾਂ ਹੀ ਵਰਤੀਆਂ ਨੇ ਜਿਹੜੀਆਂ ਸਮਾਜ ਵਿੱਚੋਂ ਲਈਆਂ ਗਈਆਂ ਸਨ। ਉਹ ਅਲਾਮਤਾਂ ਜਿਨ੍ਹਾਂ ਦੇ ਪਿੱਛੇ ਲੁਕੀ ਹਕੀਕਤ ਦੀ ਹਰ ਬੰਦਾ ਆਸਾਨੀ ਨਾਲ ਅੱਪੜ ਜਾਂਦਾ ਹੈ, ਅਤੇ ਜਿਨ੍ਹਾਂ ਅਲਾਮਤ ਦੇ ਨਾਂ 'ਤੇ ਅੜਾਉਣੀ ਪਾਈ, ਉਹ ਕਹਾਣੀਕਾਰ ਛੇਤੀ ਲੋਕਾਈ ਦੀਆਂ ਨਜ਼ਰ ਤੋਂ ਓਝਲ ਹੋ ਗਏ। 20ਵੀਂ ਸਦੀ ਵਿੱਚ ਜਦੋਂ ਕਹਾਣੀ ਲਿਖਤੀ ਰੂਪ ਵਿੱਚ ਆਈ ਤਾਂ ਛੇਤੀ ਉਹ ਪੰਜਾਬੀ ਨਸਲ ਦੀ ਸਭ ਤੋਂ ਮਨਭਾਉਣੀ ਸਨਅਤ ਦਾ ਰੂਪ ਵਟਾ ਗਈ। ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬੀ ਕਹਾਣੀ ਨੂੰ ਸ਼ੁਰੂ ਵਿੱਚ ਹੀ ਨਵਾਜ਼, ਅਕਬਰ ਲਾਹੌਰੀ, ਅਫਜ਼ਲ ਅਹਿਸਨ ਰੰਧਾਵਾ ਅਤੇ ਰਿਫਤ ਵਰਗੇ ਵੱਡੇ ਕਹਾਣੀਕਾਰ ਮਿਲੇ, ਜਿਹੜੇ ਪੰਜਾਬੀ ਕਹਾਣੀ ਨੂੰ ਜਿਸ ਉੱਚੇ ਮਿਆਰ 'ਤੇ ਲੈ ਗਏ ਸਨ, ਬਾਅਦ ਵਿੱਚ ਆਉਣ ਵਾਲਿਆਂ ਨੇ ਉਹਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਅਤੇ ਉਹ ਇਹਦੇ ਵਿੱਚ ਕਾਮਯਾਬ ਵੀ ਰਹੇ। ਬਾਅਦ ਵਿੱਚ ਆਉਣ ਵਾਲੇ ਕਹਾਣੀਕਾਰਾਂ, ਖਾਸ ਤੌਰ 'ਤੇ ਮਨਸ਼ਾ ਯਾਦ, ਫਰਖੰਦਾ ਲੋਧੀ, ਫਰਜ਼ੰਦ ਅਲੀ, ਇਲਿਆਸ ਘੁੰਮਣ, ਪਰਵੀਨ ਮਲਕ, ਹੁਸੈਨ ਸ਼ਾਦ, ਹਮੀਦ ਰਾਜ਼ੀ ਅਤੇ ਹੋਰ ਕਈ ਸੱਜਣਾਂ ਕਹਾਣੀ ਵਿੱਚ ਬਹੁਤ ਸੋਹਣੇ ਤਜਰਬੇ ਕੀਤੇ ਅਤੇ ਪੰਜਾਬੀ ਕਹਾਣੀ ਨੂੰ ਵੰਨ ਸਵੰਨੇ ਰੰਗਾਂ ਅਤੇ ਖੁਸ਼ਬੂਆਂ ਨਾਲ ਸੰਵਾਰਿਆ। ਸਿੱਧ ਪੱਧਰੀ ਕਹਾਣੀ ਦੇ ਨਾਲ ਨਾਲ ਅਲਾਮਤੀ ਕਹਾਣੀਆਂ ਨੂੰ ਵੀ ਫਰੋਗ ਮਿਲਿਆ, ਪਰ ਅਜਿਹੀਆਂ ਅਲਾਮਤਾਂ ਜਿਨ੍ਹਾਂ ਨੂੰ ਹਰ ਪੜ੍ਹਨਹਾਰ ਵੱਖਰੇ ਵੱਖਰੇ ਮਾਇਨੇ ਪਵਾਏ, ਅਤੇ ਕਈ ਲੋਕ ਉਹਨਾਂ ਅਲਾਮਤਾਂ ਪਿੱਛੇ ਲੁਕੀ ਰੂਹ ਤੀਕ ਅੱਪੜ ਵੀ ਨਾ ਸਕਣ, ਲੋਕਾਈ ਵਿੱਚ ਮਕਬੂਲ ਨਾ ਹੋ ਸਕੀਆਂ, ਸਗੋਂ ਸਿੱਧੀ ਦਿਲ 'ਤੇ ਅਸਰ ਕਰਨ ਵਾਲੀ ਕਹਾਣੀ ਲੋਕਾਂ ਦੀ ਮਨਪਸੰਦ ਕਹਾਣੀ ਰਹੀ। ਜਾਂ ਫਿਰ ਅਜਿਹੀਆਂ ਕਹਾਣੀਆਂ ਨੂੰ ਪਸੰਦੀਦਗੀ ਦਾ ਦਰਜਾ ਮਿਲਿਆ ਜਿਨ੍ਹਾਂ ਵਿੱਚ ਅਲਾਮਤ ਅਤੇ ਕਹਾਣੀ ਨਾਲ ਨਾਲ ਟੁਰਦੇ ਨੇ, ਪਰ ਸਿੱਧ ਪੱਧਰੀ ਕਹਾਣੀ ਹਮੇਸ਼ ਲੋਕਾਈ ਦੀ ਮਨਪਸੰਦ ਕਹਾਣੀ ਰਹੀ, ਅਤੇ ਅਜਿਹੀ ਕਹਾਣੀ ਨੂੰ ਆਮ ਲੋਕਾਂ ਮਾਣਿਆ ਵੀ, ਅਤੇ ਇਹਦੇ ਨਾਲ ਨਾਲ ਆਪਣੀ ਸਾਂਝ ਪੱਕੀ ਵੀ ਰੱਖੀ। ਮੀਆਂ ਮੁਨੀਰ ਹੁਸੈਨ ਮੁਨੀਰ ਮੁੱਦਤਾਂ ਤੋਂ ਕਹਾਣੀ ਲਿਖ ਰਹੇ ਨੇ, ਅਤੇ ਮਾਹਨਾਮਾ ਲਿਖਾਰੀ ਰਾਹੀਂ
ਇਹ ਕਹਾਣੀਆਂ ਲੋਕਾਈ ਧੀਕ ਅੱਪੜਦੀਆਂ ਵੀ ਰਹੀਆਂ ਨੇ। ਸਗੋਂ ਮਾਹਨਾਮਾ ਲਿਖਾਰੀ ਨੂੰ ਮਿਲਣ ਵਾਲੇ ਖਤਾਂ ਤੇ ਜ਼ੁਬਾਨੀ ਪੈਗਾਮਾਂ ਰਾਹੀਂ ਵੀ ਉਹਨਾਂ ਦੀਆਂ ਕਹਾਣੀਆਂ ਨੂੰ ਸਲਾਹਿਆ ਜਾਂਦਾ ਰਿਹਾ। ਉਹਨਾਂ ਦੀ ਕਹਾਣੀ ਵਾਲੀਆਂ ਮਾਹਨਾਮਾ ਲਿਖਾਰੀ ਵਿੱਚ ਛਪੀ ਤਾਂ ਪੰਜਾਬੀ ਜ਼ੁਬਾਨ ਦੇ ਨਾਮਵਰ ਨੱਕਾਦ ਤੇ ਮੁਹੱਕਿਕ मोहतरम सैयद सिबतुल हसन जैगम उन्होंने भी सिबतुल हसन जैगम जी होरां मैनू हदायत की कि मेरे वालों इन्हों इन्नी सोहनी कहानी लिखण ते शाबाश भी अपनानी है तो इन्हां कोलों होर कहानियां भी लिखवाणियां ने। उन्हां दी हदायत मुजब लिखारी विच मियाँ मुनीर हुसैन मुनीर दीयां कहानियां भी छपदियां रहियां ते उन्हां दा पहला कहानी भरागा लाटां हुण तुहाडे हत्थां विच है। मियाँ मुनीर हुसैन मुनीर होरां कहानी नूं किसी गुंझल विच पाउण या किसी फलसफे का इजहार की चीज़ नहीं बनाया, सगों अजिही कहानी लिखी है जिहड़ी साडे मुआशरे की सच की मूरत कशी करती है। अपने आल दवाले वसदी लोकाई दीयां कहानियां नूं उन्हां अपनी कलम की नोके चाढ़ के पंजाबी कहानी नूं भी चार चंन लगाए ने ते अपने फन का भरवां इजहार भी कीता है। उन्हां दी पहली कहानी अच्छू साडे आल दवाले की तस्वीर वो तस्वीर है जिहदे मंजर साडे हर पासे दिसते हैं। पिंडां तो शहर आउण वाले कई थावां ते ठगे भी जाते हैं तो फिर उन्हां नूं हाजी साहब वर्गे मददगार भी मिल जाते हैं। वो माड़े मोटे सैट हो जाण तां भी उन्हां लई ते उन्हां दे आल दवाल उन्हां दी आल औलाद लई इस मुआशरे विच अपनी थां बनाउणा मुश्किल हो जाता है। अच्छू जे हाजी साहब के सहारे नाल शहर विच सैट हो जाता है ਤਾਂ ਉਹਦਾ ਪੁੱਤਰ ਰਾਜਾ पढ़ लिख के भी बेरोज़गार रहिंदा है। मुकाबले के इम्तिहान पास होने के बावजूद इंटरव्यू विचों फेल कर दिता जाता है। क्यों जे ਉਹਦਾ कोई चाचा बाबा अफसरशाही का हिस्सा नहीं हुंदा, ਉਹਦੇ कोल किसी वड्डे बंदे का रैफरेंस ना होना ਉਹਦੀ सब तो वड्डी नालैकी बन जाती है। अंत मां की बीमारी ਉਹਨੂੰ डाके मारन ते मजबूर कर देंदी है। ਉਹਨੂੰ डाके मारन ते मजबूर कर देंदी है, पर इस राह दे चलन वालियां दी मंजिल फांसी का फंदा ही हुंदा है। वालियां दी लाणों उन्हां बदकिस्मत कुड़ियां विचों है जिहड़ियां इश्क दी बेड़ी विच सवार होके मापियां दा घर छड्ड दिंदियां ने ते फिर किसे जोगियां नहीं रहिंदियां। राणों भी मापियां दा घर छड्ड के अजिहे लोकां दे हत्थे चढ़ जांदी है जिहड़े जनानियां वेचण दा धंधा करते हैं ते अंत यही हुंदा है कि सारे पिंड दे लावारसां नूं कफन देण वाले दी धी एक दिन कफन दी मोहताज सी ते अपने पिंड तो हज़ारां मील दूर किसी मसीत विच उहदे कफन दे लई चंदा इकट्ठा करन दे ऐलान हो रहे सन। कहानी नूरी दा अदरीस उन्हां जवानां विचों है जिहड़े पिंडों पढ़न शहर आउंदे ने ते फिर अपणियां सारियां कदरां भुल भुला के विआह रचा बैंदे ने। उन्हां नूं ना अपने मापे याद रहिंदे ने ते ना नूरी वर्गियां मुहब्बतां, पर जदों तकदीर धक्का मारदी है तां टुटियां बाहां गल नूं आउंदियां वांग अपनिਆਂ दे लड़ लगन ते मजबूर हो जाते हैं। कहानी किराएदार विच मालक मकानां दे तकब्बुर ते गुरबत की चक्की विच पिसदे मजबूर किराएदारां दी लाचारगी नूं सोहणे ढंग नाल सामने लिआंदा गया है। ये निक्की जी कहानी है पर अपने असर परों कई वड्डियां कहानियां ते भारी है। चानण मियाँ मुनीर दीयां शाहकार कहानियां विचों है। इस कहानी विच इंसानी नफसियात का मुतालिया नफसियात के असूले मुशाबहत की बुनियाद पर किया गया है। जीला ते मरियां एक दूजे नाल मंगे सन, पर फिर मरियां दे मापियां कोल दौलत आ जाती है ते गरीब जीला उन्हां दी नज़र विच कीड़ा मकौड़ा रह जाता है। मरियां सारी उम्र जीले दे ख्वाब वेखदी आई सी ते ओह जीले नूं मजबूर करदी है कि मैनूं कढ के लै जा। जीला अपनी घोड़ी ते मरियां नूं उधाल के ले जा रहा है। राह विच एक थां पानी वेख के घोड़ी डर के अपने अगलियां पैरां ते बह जाती है। वो दोवें डिगदे डिगदे बचते हैं। जीला घबरा जाता है तो मरियां कहती है कि घबरा ना, कुछ घोड़ियां नूं आदत हुंदी है कि वह पानी वेख के डर जांदियां ने। इहदी मां मेरे अब्बे कोल सी, वो भी इंज ही करदी सी। जीला मरियां कोलों कन्फर्म करदा है कि मेरी घोड़ी ने यह आदत अपनी मां कोलों सीखी है, तो फिर घोड़ी दीयां वागां पिछां नूं मोड़ दिंदा है ते मरियां ਉਹਦੇ ਕੋਲੋਂ पिछां मुड़न का कारण पुछदी है तो वह जवाब देंदा है कि बस मरियां मेरियां अखां खुल गईयां ने, अज मैं तेनों कढ के तेरे मापियां की इज्जत मिट्टी च रोलन लगा ते कल जिहड़ी मरियां तेरे चों जम्मेगी वो किसी होर जीले नाल उदल जाएगी। जे घोड़ी की आदत उहदी धी विच आ सकदी है
ਤੇ ਤੇਰੇ ਦੁੱਧ ਦੀ ਤਸੀਰ ਕਿੱਧਰ ਜਾਏਗੀ। ਕਹਾਣੀ ਕਮੀ ਕਮੀਨ ਤਬਕਾਤੀ ਵੰਡ ਨੂੰ ਸੋਹਣੇ ਢੰਗ ਨਾਲ ਸਾਡੇ ਸਾਹਮਣੇ ਲਿਆਉਂਦੀ ਹੈ। ਜਾਗੀਰਦਾਰ ਖਾਨਦਾਨ ਦੀ ਕੁੜੀ ਸ਼ਨਾਜ਼ ਉੱਚੇ ਲੰਮੇ ਤੇ ਰੱਜ ਕੇ ਸੋਹਣੇ ਕਾਮੇ ਝੂਰੇ ਨੂੰ ਦਿਲ ਦੇ ਪੈਂਦੀ ਹੈ ਤੇ ਝੂਰਾ ਵੀ ਹਵੇਲੀ ਦਾ ਲਾਡਲਾ ਕੰਮੀ ਬਣ ਜਾਂਦਾ ਹੈ। ਪਰ ਫਿਰ ਝੂਰੇ ਦੀ ਇੱਕ ਗਲਤੀ ਪਾਰੋਂ ਜ਼ਿਮੀਂਦਾਰਾਂ ਦੀ ਕਲੀਆਂ ਤੇ ਖਿੜੀ ਕਣਕ ਸੜ ਜਾਂਦੀ ਹੈ ਤੇ ਝੂਰਾ ਜਾਗੀਰਦਾਰ ਦੇ ਅਤਾਬ ਦਾ ਸ਼ਿਕਾਰ ਹੋ ਜਾਂਦਾ ਹੈ। ਉਹਨੂੰ ਇੰਨੀ ਮਾਰ ਪੈਂਦੀ ਹੈ ਕਿ ਮਰਦਾ ਮਰਦਾ ਬਚਦਾ ਹੈ। ਉਧਰ ਸ਼ਨਾਜ਼ ਦੀ ਮੁਹੱਬਤ ਉਸੇ ਤਰ੍ਹਾਂ ਕਾਇਮ ਹੈ ਤੇ ਉਹ ਝੂਰੇ ਨੂੰ ਘਰੋਂ ਨੱਸਣ ਤੇ ਮਜਬੂਰ ਕਰਦੀ ਹੈ ਤੇ ਉਹਦੇ ਨਾਲ ਵਿਆਹ ਵੀ ਕਰ ਲੈਂਦੀ ਹੈ। ਪਰ ਕੁਝ ਚਿਰ ਬਾਅਦ ਜਦੋਂ ਵਕਤੀ ਮੁਹੱਬਤ ਦਾ ਉਬਾਲ ਮੁੱਕਦਾ ਹੈ ਤੇ ਸ਼ਨਾਜ਼ ਝੂਰੇ ਤੋਂ ਵੱਧ ਕੇ ਉਹਦੇ ਮਾਲਕਾਂ ਦੀ ਕੋਠੀ ਵਿੱਚ ਵੇਲਾ ਗੁਜ਼ਾਰਨ ਲੱਗਦੀ ਹੈ ਤੇ ਉਹਨਾਂ ਨਾਲ ਦੂਜੇ ਸ਼ਹਿਰਾਂ ਵਿੱਚ ਵੀ ਚਲੀ ਜਾਂਦੀ ਹੈ। ਫਿਰ ਮਾਲਕਨ ਦੇ ਭਤੀਜੇ ਅੰਜਮ ਨਾਲ ਤਾਲੁਕ ਜੋੜ ਲੈਂਦੀ ਹੈ। ਪਰ ਜਦੋਂ ਅੰਜਮ ਦੇ ਬਾਲ ਦੀ ਮਾਂ ਬਣਦੀ ਹੈ ਤਾਂ ਝੂਰਾ ਇਸ ਰਾਜ਼ ਤੋਂ ਪਰਦਾ ਖੋਲ੍ਹਦਾ ਹੈ ਕਿ ਸ਼ਨਾਜ਼ ਦੇ ਪਿਓ ਚੌਧਰੀ ਹਸ਼ਮਤ ਨੇ ਆਪਣੇ ਕਾਮਿਆਂ ਕੋਲੋਂ ਜਿਹੜਾ ਤਸ਼ੱਦਦ ਕਰਵਾਇਆ ਸੀ, ਉਹਦੇ ਬਾਅਦ ਝੂਰਾ ਪਿਓ ਨਹੀਂ ਬਣ ਸਕਦਾ। ਹੁਣ ਝੂਰੇ ਕੋਲ ਗੱਡੀ ਥੱਲੇ ਆਉਣ ਤੋਂ ਅੱਡ ਕੋਈ ਰਾਹ ਨਹੀਂ ਬਚਦਾ। ਚਿੱਟੀ ਚਾਦਰ ਮੀਆਂ ਮੁਨੀਰ ਹੁਸੈਨ ਮੁਨੀਰ ਦੀ ਇੱਕ ਹੋਰ ਸ਼ਾਹਕਾਰ ਕਹਾਣੀ ਹੈ। ਇਹ ਕਾਫੀ ਲੰਮੀ ਕਹਾਣੀ ਹੈ ਤੇ ਇਹਦੀ ਬੁਨਿਆਦ ਸੂਰਾ ਨੂਰ ਦੀ ਆਇਤ, ਐ ਈਮਾਨ ਵਾਲਿਓ ਆਪਣੀਆਂ ਨਜ਼ਰਾਂ ਨੀਵੀਆਂ ਰੱਖੋ ਤੇ ਆਪਣੀਆਂ ਸ਼ਰਮਗਾਹਾਂ ਦੀ ਹਿਫਾਜ਼ਤ ਕਰੋ। ਪਰ ਇਸ ਆਇਤ ਦੇ ਪਸ ਮੰਜ਼ਰ ਵਿੱਚ ਲਿਖੀ ਜਾਣ ਵਾਲੀ ਇਸ ਕਹਾਣੀ ਵਿੱਚ ਤਸੱਵੁਫ ਦੇ ਸਭੇ ਰੰਗ ਵੀ ਵਿਖਾਲੀ ਦਿੰਦੇ ਨੇ। ਲੋਕਾਈ ਦੀ ਅੱਲਾ ਵਾਲਿਆਂ ਨਾਲ ਮੁਹੱਬਤ ਅਕੀਦਤ ਦੇ ਰੰਗ ਵੀ ਨੇ ਤੇ ਨੂੰਹ ਸੱਸ ਤੇ ਨਨਾਣ ਭਰਜਾਈ ਦੇ ਰਿਸ਼ਤੇ ਦੀ ਸਮਾਜੀ ਖਿੱਚ ਧਰੂ ਵੀ, ਸੱਸਾਂ ਦੀਆਂ ਸਦਰਾਂ ਤੇ ਨੂੰਹਾਂ ਦੀ ਮਜਬੂਰੀਆਂ ਵੀ ਨੇ। ਯਾਨੀ ਇਹ ਇੱਕੋ ਕਹਾਣੀ ਅਜੋਕੇ ਪੰਜਾਬ ਦੀ ਭਰਵੀਂ ਮੂਰਤ ਵਿੱਚ ਵਿਖਾਉਂਦੀ ਹੈ ਤੇ ਲੋਕਾਈ ਨੂੰ ਰੱਬ ਨਾਲ ਮੁਹੱਬਤ ਕਰਨ, ਰੱਬ ਦੇ ਬੰਦਿਆਂ ਦਾ ਦਿਲ ਨਾ ਦੁਖਾਉਣ ਤੇ ਆਪਣੀਆਂ ਸ਼ਰਮਗਾਹਾਂ ਦੀ ਹਿਫਾਜ਼ਤ ਕਰਨ ਵਾਲਿਆਂ ਦੇ ਉਚੇਰੇ ਦਰਜੇ ਦੀ ਦਰਸ ਵੀ ਪਾਉਂਦੀ ਹੈ। ਬਖਤਾਂ ਵਾਲੀ ਇੱਕ ਅਜਿਹੀ ਬਹਾਦਰ ਔਰਤ ਦੀ ਕਹਾਣੀ ਹੈ ਜਿਹਦਾ ਖਾਵੰਦ ਕਿਸੇ ਦੂਜੇ ਮੁਲਕ ਜਾਂਦਾ ਹੈ ਤੇ ਫਿਰ ਉਹਦੀ ਕੋਈ ਉੱਗ ਸੁੱਗ ਨਹੀਂ ਮਿਲਦੀ। ਉਹ ਆਪਣੀ ਨਿੱਕੀ ਜਿਹੀ ਬਾਲੜੀ ਨਾਲ ਭਰਾ ਘਰ ਆ ਜਾਂਦੀ ਹੈ। ਭਰਾ ਭਰਜਾਈ ਦੇ ਘਰ ਉਹ ਨੌਕਰਾਂ ਹਾਰ ਕੰਮ ਕਰਦੀ ਹੈ, ਪਰ ਫਿਰ ਵੀ ਉਹ ਭਰਾ ਭਰਜਾਈ ਤੇ ਬੋਝ ਹੈ ਤੇ ਉਹਦੀ ਧੀ ਮਾਜਬੀਨ ਅਹਿਸਾਸੇ ਕਮਤਰੀ ਦਾ ਸ਼ਿਕਾਰ। ਲਿਖਾਰੀ ਨੇ ਉਹਨਾਂ ਦੋਵਾਂ ਦੀ ਨਫਸੀਆਤੀ ਹਾਲਤ ਬਿਆਨੀ ਹੈ ਤੇ ਅਜਿਹੀਆਂ ਲਾਵਾਰਸ ਮਾਵਾਂ ਧੀਆਂ ਨਾਲ ਸਮਾਜੀ ਸਲੂਕ ਦੀ ਮੰਜ਼ਰਕਸ਼ੀ ਵੀ ਭਰਵੇਂ ਢੰਗ ਨਾਲ ਕੀਤੀ ਹੈ। ਭਰਜਾਈ ਤੇ ਭਤੀਜੇ ਦੇ ਰਵੱਈਏ ਦੀ ਮੂਰਤਕਸ਼ੀ ਵੀ ਕਮਾਲ ਦੀ ਹੈ। ਫਿਰ ਉਹ ਭਰਾ ਦੇ ਘਰ ਦੀਆਂ ਛੱਤਾਂ ਲਿੰਬਦਿਆਂ ਭਤੀਜੇ ਦੀ ਸ਼ਰਾਰਤ ਪਾਰੋਂ ਥੱਲੇ ਡਿੱਗਦੀ ਤੇ ਹਸਪਤਾਲ ਜਾ ਪੜਦੀ ਹੈ। ਇਸ ਹਾਦਸੇ ਮਗਰੋਂ ਰੱਬ ਉਸ ਲਈ ਇੱਕ ਯਤੀਮਖਾਨੇ ਵਿੱਚ ਬਾਲਾਂ ਦੀ ਰੋਟੀ ਪਕਾਉਣ ਦੀ ਨੌਕਰੀ ਦਾ ਸਿਰ ਬੰਦ ਕਰ ਦਿੰਦਾ ਹੈ ਤੇ ਯਤੀਮਖਾਨੇ ਦੇ ਬਾਲਾਂ ਨਾਲ ਉਹਦੀ ਧੀ ਵੀ ਪੜ੍ਹਨ ਲੱਗ ਪੈਂਦੀ ਹੈ ਤੇ ਆਪਣੀ ਜ਼ਹਾਨਤ ਪਾਰੋਂ ਹਰ ਕਲਾਸ ਵਿੱਚ ਪੋਜੀਸ਼ਨ ਤੇ ਵਜ਼ੀਫੇ ਲੈਂਦੀ ਹੈ। ਕਿਸੇ ਬਾਹਰਲੇ ਮੁਲਕ MBBS ਕਰਨ ਟੁਰ ਜਾਂਦੀ ਹੈ। ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਦੇ ਬਾਅਦ ਵਤਨ ਵਾਪਸ ਪਰਤਦੀ ਹੈ ਤੇ ਆਪਣੇ ਪਿੰਡ ਵਿੱਚ ਆਪਣੀ ਮਾਂ ਦੇ ਨਾਂ ਉੱਤੇ ਹਸਪਤਾਲ ਤੇ ਯਤੀਮਖਾਨਾ ਬਣਵਾਉਂਦੀ ਹੈ। ਉਹਦੇ ਡਾਕਟਰ ਬਣਨ ਤੇ ਉਹੋ ਹੀ ਮਾਮਾ ਮਾਮੀ ਉਹਦੇ ਰਿਸ਼ਤੇਦਾਰ ਬਣ ਜਾਂਦੇ ਨੇ। ਫਿਰ ਵੇਲੇ ਦਾ ਪਈਆ ਇੰਜ ਵੀ ਚੱਲਦਾ ਹੈ ਕਿ ਮਾਮਾ ਮਾਮੀ ਦੇ ਪੋਤਰੇ ਯਤੀਮ ਹੋ ਜਾਂਦੇ ਨੇ ਤੇ ਉਹਨਾਂ ਦੀ ਨੂੰਹ ਉਹਦੀ ਸਰਪ੍ਰਸਤੀ ਵਿੱਚ ਚੱਲਣ ਵਾਲੇ ਯਤੀਮਖਾਨੇ ਵਿੱਚ ਰੋਟੀ ਪਕਾਉਣ ਦੀ ਨੌਕਰੀ ਤੇ ਮਜਬੂਰ ਹੋ ਜਾਂਦੀ ਹੈ। ਇਹ ਕਹਾਣੀ ਅਸਲ ਵਿੱਚ ਅੱਲਾ ਦੀ ਲਾਠੀ ਬੇਆਵਾਜ਼ ਹੁੰਦੀ ਹੈ ਵਰਗੇ ਅਖਾਣ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ ਤੇ ਸਾਡੇ ਮੁਆਸ਼ਰੇ ਤੇ ਕਈ ਖੋਜਾਂ ਦੀ ਮੂਰਤਕਸ਼ੀ ਕਰਨ ਦੇ ਨਾਲ ਨਾਲ ਇਸ ਸਮਾਜ ਦੇ ਕਈ ਮੁਸਬਤ ਪੱਖ ਵੀ ਸਾਹਮਣੇ ਲਿਆਉਂਦੀ ਹੈ। ਲੰਮੇ ਪੈਂਡੇ ਗਰੀਬ ਮੁਲਕਾਂ ਦੇ ਉਹਨਾਂ ਗੱਭਰੂ ਜਵਾਨਾਂ ਦੀ ਕਹਾਣੀ ਹੈ ਜਿਹੜੇ ਘਰ ਦੀ ਗੁਰਬਤ ਹੱਥੋਂ ਮਜਬੂਰ ਹੋ ਕੇ ਠੰਡੇ ਮੁਲਕਾਂ ਵੱਲ ਸਫ਼ਰ ਕਰਦੇ ਨੇ, ਪਰ ਫਿਰ ਕਦੀ ਵੀ ਉਹਨਾਂ ਨੂੰ ਵਾਪਸੀ ਦਾ ਟਿਕਟ ਨਹੀਂ ਮਿਲਦਾ। ਵਸੀਮ ਦੇ ਘਰ ਵੀ ਗੁਰਬਤ ਇੰਜ ਡੇਰੇ ਲਾਉਂਦੀ ਹੈ ਕਿ ਉਹਦੇ ਚਾਚੇ ਤਾਏ ਵੀ ਉਹਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ। ਬੂਹੇ ਬੈਠੀਆਂ ਭੈਣਾਂ ਦੇ ਵਾਲਾਂ ਵਿੱਚ ਚਾਂਦੀ ਆ ਰਹੀ ਹੈ, ਪਰ ਲੋਕ ਕੁੜੀ ਤੋਂ ਵੱਧ ਘਰ ਦੀ ਹਾਲਤ ਵੇਖ ਕੇ ਮੁੜ ਜਾਂਦੇ। ਅਖੀਰ ਉਹਦਾ ਪਿਓ ਉਹਨੂੰ ਠੰਡੇ ਦੇਸ਼ ਵੱਲ ਭੇਜ ਦਿੰਦਾ। ਪਹਿਲਾਂ ਵੱਡਾ ਘਰ ਬਣਦਾ, ਫਿਰ ਭੈਣਾਂ ਦੇ ਵਿਆਹ ਹੁੰਦੇ ਨੇ, ਫਿਰ ਪਿਓ ਨੂੰ ਜ਼ਿਮੀਂਦਾਰ ਬਣਨ ਦਾ ਚਾਅ ਚੜ੍ਹਦਾ। ਉਹਦੇ ਪਿਓ ਤੇ ਭਰਾਵਾਂ ਦੇ ਮਨਸੂਬੇ ਵੱਧਦੇ ਚਲੇ ਜਾਂਦੇ ਨੇ ਤੇ ਵਸੀਮ ਉਹਨਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਕਈ ਸਾਲ ਬਾਅਦ ਵੀ ਦਿਨ ਰਾਤ ਕੰਮ ਕਰ ਰਿਹਾ। ਉਹ ਸਾਲਾਨਾ ਛੁੱਟੀਆਂ ਵੀ ਨਹੀਂ ਕਰਦਾ ਤਾਂ ਜੇ ਘਰ ਵਾਲਿਆਂ ਦੀਆਂ ਸਧਰਾਂ ਪੂਰੀਆਂ ਕਰ ਸਕੇ। ਖੋਰੇ ਇਸੇ ਲਈ ਤਫੈਲ ਖਲਸ਼ੁਰਾ ਆਖਿਆ ਸੀ, ਟਿਕਟ ਨਹੀਂ ਮਿਲਣਾ ਕਦੀ ਵੀ ਵਾਪਸੀ ਦਾ ਉਸ ਨੂੰ ਠੰਡਿਆਂ ਦੇਸ਼ਾਂ ਦੇ ਵੱਲ ਜੋ ਸਫ਼ਰ ਕਰ ਜਾਏਗਾ।
ਖੁਸ਼ਬੂ ਇੱਕ ਅਜਿਹੀ ਮਾਸੂਮ ਬਾਲੜੀ ਦੀ ਕਹਾਣੀ ਜਿਹਦਾ ਪਿਓ ਖੋਤੀ ਰੇੜੀ ਵਾਹੁੰਦਾ ਹੈ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਪਰ ਮਾਂ ਦੀ ਸੱਧਰ ਹੈ ਕਿ ਉਹਦੀ ਕੱਲਮ ਕੱਲੀ ਔਲਾਦ ਪੜ੍ਹ ਜਾਵੇ। ਉਹ ਆਪਣੀ ਧੀ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾ ਦਿੰਦੀ ਹੈ। ਉਹ ਬਾਲੜੀ ਖੁਦਾ ਦਾ ਜ਼ਹਾਨਤ ਪਰੋਂ ਪੜ੍ਹਾਈ ਵਿੱਚ ਸਾਰੀ ਕਲਾਸ ਨਾਲੋਂ ਚੰਗੀ ਕਾਰਕਰਦਗੀ ਵਿਖਾਉਂਦੀ ਹੈ, ਪਰ ਉਹਦੀ ਗਰੀਬ ਹੋਣ ਪਰੋਂ ਕੋਈ ਵੀ ਕੁੜੀ ਉਹਦੇ ਕੋਲ ਬਹਿਣਾ ਪਸੰਦ ਨਹੀਂ ਕਰਦੀ। ਟੀਚਰ ਰੋਜ਼ ਉਹਦੀ ਜਗ੍ਹਾ ਬਦਲਦੀ ਹੈ ਤੇ ਅਖੀਰ ਉਹ ਆਖਰੀ ਬੈਂਚ ਤੇ ਅਪੜ ਜਾਂਦੀ ਹੈ। ਪਰ ਜਦੋਂ MPA ਸਾਹਿਬ ਨੂੰ ਪਤਾ ਲੱਗਦਾ ਹੈ ਕਿ ਖੋਤੀ ਰੇੜੀ ਵਾਲੇ ਦੀ ਧੀ ਉਹਨਾਂ ਦੀ ਸਾਹਿਬਜ਼ਾਦੀ ਦੀ ਕਲਾਸ ਫੈਲ ਹੋਈ, ਉਹ ਸਕੂਲ ਇੰਤਜ਼ਾਮੀਆ ਨੂੰ ਲਾਇਸੈਂਸ ਕੈਂਸਲ ਕਰਵਾਉਣ ਦੀ ਧਮਕੀ ਦੇ ਕੇ ਉਹਨੂੰ ਸਕੂਲੋਂ ਫਾਰਗ ਕਰਵਾ ਦਿੰਦੇ ਨੇ। ਇੰਜ ਮਿਹਨਤ ਦੀ ਖੁਸ਼ਬੂ ਵਾਲੀ ਧੀ ਰਾਣੀ ਵਡੇਰਿਆਂ ਦੀ ਨਫ਼ਰਤ ਤੇ ਝੂਠੀ ਅਨਾਹ ਦੀ ਤਸਵੀਰ ਬਣ ਕੇ ਰਹਿ ਜਾਂਦੀ ਹੈ। ਮੋਬਾਈਲ ਸਾਡੀਆਂ ਸਮਾਜੀ ਕਦਰਾਂ ਨੂੰ ਤੇਜ਼ੀ ਨਾਲ ਤਬਾਹ ਕਰ ਰਿਹਾ ਹੈ। ਇਹਦੀ ਇੱਕ ਸੂਰਤ ਵਧੀਆ ਤੋਂ ਵਧੀਆ ਮੋਬਾਈਲ ਲੈਣ ਦੀ ਸਦਰ ਇਸ ਸਦਰ ਨੇ ਕਈ ਘਰਾਂ ਵਿੱਚ ਪੁਆੜੇ ਪਵਾਏ ਨੇ ਤੇ ਗੱਲ ਤਲਾਕਾਂ ਤੀਕ ਕੱਪੜ ਰਹੀ ਹੈ। ਮੋਬਾਈਲ ਨਾ ਮਿਲਣ ਪਰ ਜਦੋਂ ਮਾਈ ਜਨਤੇ ਦੀ ਪੋਤਰੀ ਰੁੱਸ ਕੇ ਆਉਂਦੀ ਹੈ ਤੇ ਫਿਰ ਉਹਨੂੰ ਦੁਬਾਰਾ ਵਸਾਉਣ ਲਈ ਮਾਈ ਜਨਤੇ ਰੂੜੇ ਨੂੰ ਤਿਨਕੇ ਦਾ ਸਹਾਰਾ ਮੁਜਬ ਮੀਆਂ ਜੀ ਕੋਲੋਂ ਤਵੀਤ ਲੈਣ ਜਾਂਦੀ ਹੈ। ਇੱਥੇ ਮੀਆਂ ਮੁਨੀਰ ਹੋਰਾਂ ਪੀਰਾਂ ਦੀ ਨਫਸੀਆਤ ਦੀ ਭਰਵੀਂ ਮੰਜ਼ਰਕਸ਼ੀ ਕੀਤੀ ਹੈ। ਇੰਝ ਹੀ ਇਸ ਕਹਾਣੀ ਨੂੰ ਸੱਸ ਦੀ ਸਿਆਸਤ ਦੇ ਮੰਜ਼ਰਾਂ ਤੋਂ ਅੱਡ ਸਮਾਜੀ ਕਦਰਾਂ ਦੀ ਟੁੱਟ ਭੱਜ ਦੇ ਕਈ ਮੰਜ਼ਰ ਵੀ ਸਾਹਮਣੇ ਆਣ ਖਲੋਂਦੇ ਨੇ। ਗੌਰ ਨਾਲ ਵੇਖਿਆ ਜਾਵੇ ਤਾਂ ਮੀਆਂ ਮੁਨੀਰ ਦੀਆਂ ਸਭੇ ਕਹਾਣੀਆਂ ਹੀ ਸਾਡੇ ਸਮਾਜ ਦੀਆਂ ਵੱਖ-ਵੱਖ ਮੂਰਤਾਂ ਨੇ। ਉਹਨਾਂ ਹਯਾਤੀ ਦੇ ਦੁੱਖ ਸੁੱਖ ਦੀਆਂ ਤਸਵੀਰਾਂ, ਆਲੇ ਦੁਆਲੇ ਖਿਲਰੇ ਮੰਜ਼ਰ, ਲੁਕਾਈ ਦੀਆਂ ਪੀੜਾਂ, ਅਕੀਦੇ, ਸੋਚਾਂ, ਸਦਰਾਂ, ਖਾਹਿਸ਼ਾਂ, ਉਮੰਗਾਂ, ਸਗੋਂ ਇਹ ਆਖਿਆ ਜਾਵੇ ਕਿ ਪੰਜਾਬ ਦੇ ਸਾਰੇ ਸੱਚ ਸਾਡੇ ਸਾਹਮਣੇ ਲਿਆ ਰੱਖੇ ਨੇ ਤਾਂ ਗਲਤ ਨਹੀਂ ਹੋਵੇਗਾ। ਇਹ ਕਹਾਣੀਆਂ ਸਾਡੇ ਆਲੇ ਦੁਆਲੇ ਖਿਲ ਰਹੀਆਂ ਜਗ ਬੀਤੀਆਂ ਨੇ, ਜਿਨ੍ਹਾਂ ਨੂੰ ਮੀਆਂ ਮੁਨੀਰ ਹੁਸੈਨ ਮੁਨੀਰ ਹੋਰਾਂ ਇੰਜ ਬਿਆਨ ਕੀਤਾ ਹੈ ਕਿ ਹੱਡ ਬੀਤੀ ਦੇ ਮਜ਼ੇ ਵੀ ਦਿੰਦੀਆਂ ਨੇ। ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ, ਐਡੀਟਰ ਮਾਹਨਾਮਾ ਲਿਖਾਰੀ, ਲਾਹੌਰ। ਬੇਲੀਓ, ਤੁਸੀਂ ਅੱਜ ਦੂਜਾ ਮਜ਼ਮੂਨ ਸੁਣਿਆ। ਪਹਿਲਾ ਮਜ਼ਮੂਨ ਪ੍ਰੋਫੈਸਰ ਡਾਕਟਰ ਅਸਲਮ ਹਸਨ ਸਾਮਰਾ ਸਾਹਿਬ ਕੋਲ ਤੇ ਦੂਜਾ ਮਜ਼ਮੂਨ ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਹੋਰਾਂ ਲਿਖਿਆ ਸੀ ਤੇ ਇਹਨੂੰ ਅਸੀਂ ਲਾਟਾਂ ਦੀ ਦੂਜੀ ਕਿਸ਼ਤ ਵੀ ਆਖਾਂਗੇ। ਤੀਜੀ ਕਿਸ਼ਤ ਵੀ ਇੱਕ ਮਜ਼ਮੂਨ ਹੀ ਹੈ, ਉਹ ਤੁਹਾਡੇ ਸਾਹਮਣੇ ਬਹੁਤ ਛੇਤੀ ਮੈਂ ਪੇਸ਼ ਕਰਾਂਗਾ। ਉਹ ਮਜ਼ਮੂਨ